हाँ जी, सत श्री अकाल जी साਰਿਆਂ ਨੂੰ ਸਵਾਗਤ ਹੈ ਪੰਜਾਬ ਅੱਡਾ 24/7 ਤੇ ਆਪਾਂ ਜੁੜ ਚੁੱਕੇ ਹਾਂ ਹੁਣ ਅੱਜ ਪਾਰਟ 5 ਲੈ ਕੇ ਸਟੇਟ ਐਟਲਸ ਦਾ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਬਹੁਤ ਹੀ ਇੰਪੋਰਟੈਂਟ ਸੀਰੀਜ਼ ਚੱਲੀ ਹੋਈ ਹੈ ਤੇ ਡੇਲੀ ਕਲਾਸਿਸ ਨਹੀਂ ਆਉਂਦੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਜਿੱਦੋਂ ਕਿ ਡੇਲੀ ਕਲਾਸਿਸ ਆਉਂਦੀਆਂ ਰਹਿਣ ਤਾਂ ਜੋ ਤੁਹਾਨੂੰ ਪਤਾ ਲੱਗਦਾ ਰਹੇ ਕਿ ਹਾਂਜੀ ਅੱਜ ਡੇਲੀ ਕਲਾਸ ਕਦੋਂ ਕਲਾਸ ਹੋ ਰਹੀ ਹੈ ਇਹਦੀ। ਤਾਂ ਆਪਾਂ ਪਹਿਲੇ 4 ਪਾਰਟ ਕਰ ਚੁੱਕੇ ਹਾਂ, ਆਪਾਂ 4 ਪਾਰਟ ਕਰਾਂਗੇ ਤਾਂ ਉਹਦੇ ਬਾਅਦ ਦੱਸ ਦੇਣਾ ਮੈਂ ਆਪਾਂ ਉਹਨਾਂ ਪਾਰਟਾਂ ਵਿੱਚ ਅਸੀਂ ਕੀ ਕੁਝ ਕੀਤਾ ਹੈ। ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਚੀਜ਼ ਤੁਹਾਨੂੰ ਦੱਸਣਾ ਚਾਹੂੰਗਾ। ਤਾਂ ਕੁਝ ਹਜੇ ਦੀਵਾਲੀ ਤੋਂ 2 ਦਿਨ ਪਹਿਲਾਂ ਕੁਝ ਬੈਚ ਸਟਾਰਟ ਹੋਏ ਨੇ ਐਕਸਾਈਜ਼ ਇੰਸਪੈਕਟਰ ਕਲਰਕ ਤੇ ਵੀਡੀਓ ਦੇ। ਤਾਂ ਹਜੇ ਵੀ ਜੇ ਤੁਸੀਂ ਇਹਦੇ ਵਿੱਚ ਐਡਮਿਸ਼ਨ ਨਹੀਂ ਲਈ ਹੈ ਤਾਂ ਹੁਣ ਵੀ ਟਾਈਮ ਹੈ ਕਿਉਂਕਿ ਦੀਵਾਲੀ ਦੇ ਦਿਨ ਨੇ ਛੁੱਟੀਆਂ ਜ਼ਰੂਰ ਹੋਈਆਂ ਨੇ ਤੇ ਪੇਡ ਕਲਾਸ ਵੀ ਛੁੱਟੀਆਂ ਨੇ। ਤਾਂ ਜਿਹੜੇ ਪੁਰਾਣੇ ਤੁਹਾਡੇ ਰਿਕਾਰਡਡ ਰਹਿ ਗਏ ਲੈਕਚਰ ਜਿਹੜੇ ਤੁਹਾਡੇ ਛੁੱਟ ਗਏ ਤੁਹਾਨੂੰ ਰਿਕਾਰਡਡ ਮਿਲ ਜਾਣਗੇ ਤੇ ਤੁਸੀਂ ਉਹਨਾਂ ਨੂੰ ਕਵਰ ਕਰ ਸਕਦੇ ਹੋ। ਦੁਬਾਰੇ ਮੈਂ ਕਹਿੰਦਾ ਅਸੀਂ ਉਹਨਾਂ ਬੱਚਿਆਂ ਤੋਂ ਹਜੇ ਵੀ ਅੱਗੇ ਰਹਾਂਗੇ ਜਿਹੜੇ ਕਿ ਹਜੇ ਦੀਵਾਲੀ ਤੋਂ ਬਾਅਦ 2-2 ਦਿਨ ਦਾ ਫਰਕ ਪੈਂਦਾ ਹੈ। ਪੇਪਰ ਤੇ ਕਹਿੰਦੇ ਨਾ ਸਰ 5 ਮਿੰਟ ਹੋਰ, 5 ਮਿੰਟ 'ਚ ਕੀ ਪੱਟ ਲਓਗੇ, ਕੁਝ ਨਹੀਂ ਪੱਟਿਆ ਜਾਂਦਾ ਨਾ। ਉੱਦਾਂ ਹੀ ਸਾਨੂੰ ਦੇਖੋ, ਲੇਕਿਨ ਲੱਗਦਾ ਸਾਨੂੰ ਬਹੁਤ ਹੈ ਤੇ ਕਈ ਵਾਰੀ ਹੋ ਵੀ ਜਾਂਦਾ ਹੈ, ਲੇਕਿਨ ਉੱਦਾਂ ਹੀ ਇੱਧਰ ਵੀ 1-1 2-2 ਦਿਨ ਬਹੁਤ ਹੀ ਕੀਮਤੀ ਹੁੰਦੇ ਨੇ। ਤਾਂ ਐਕਸਾਈਜ਼ ਇੰਸਪੈਕਟਰ ਕਲਰਕ ਤੇ ਵੀਡੀਓ ਕਿਸੇ ਬੈਚ ਵਿੱਚ ਵੀ ਐਡਮਿਸ਼ਨ ਲੈਣੀ ਹੈ ਤਾਂ ਮੇਰੇ ਨਾਲ ਜੁੜਨ ਲਈ ਤੁਸੀਂ ਇੱਕ ਡਿਸਕਾਊਂਟ ਕੋਡ ਯੂਜ਼ ਕਰ ਸਕਦੇ ਹੋ Y383 Y383। ਤੇ ਦੀਵਾਲੀ ਦਾ ਆਫਰ ਹਜੇ ਵੀ ਕੰਟੀਨਿਊ ਚੱਲ ਰਿਹਾ ਹੈ। ਜਿਹੜਾ ਮਹਾਪੈਕ ਹੈ ਤੁਹਾਨੂੰ ਪਹਿਲਾਂ ਮਿਲਦਾ ਸੀ 14,000 ਦਾ, ਲੇਕਿਨ ਹੁਣ ਦੀਵਾਲੀ ਕਰਕੇ Y383 ਕਰਕੇ ਆ ਕਿੰਨੇ ਦਾ ਮਿਲਦਾ ਹੁੰਦਾ ਸੀ? ਪਹਿਲਾਂ ਮਿਲਦਾ ਸੀ 3219 ਦਾ, ਹੈ ਨਾ, ਬਟ ਹੋਰ ਘਟ ਗਿਆ ਸੀ। ਫਿਰ ਦੀਵਾਲੀ ਤੋਂ ਪਹਿਲਾਂ ਪ੍ਰੀ ਦੀਵਾਲੀ ਗਿਫਟ ਤੁਹਾਨੂੰ ਦਿੱਤਾ ਸੀ, ਫਿਰ ਕਿੰਨੇ ਦਾ ਹੋ ਗਿਆ ਸੀਗਾ? ਇਹ ਹੋ ਗਿਆ ਸੀਗਾ 2300 ਰੁਪਏ ਦਾ। ਹੁਣ ਕਿੰਨੇ ਦਾ ਹੋ ਗਿਆ? ਹੋਰ ਘਟ ਕੇ ਆ ਚੱਕੋ 2069 ਰੁਪਏ ਦਾ, ਬਲਕਿ ਹੋਰ ਘਟ ਲਓ 1980 1990 ਰੁਪਏ ਦਾ ਪੈ ਜਾਊਗਾ ਤੁਹਾਨੂੰ ਜਦੋਂ ਤੁਸੀਂ ਅੱਡਾ 24/7 ਦੀ ਐਪ ਤੋਂ ਲਓਗੇ। ਜੇ ਤੁਸੀਂ ਅੱਗੇ ਸੋਚ ਰਹੇ ਹੋ ਕਿ ਤੁਸੀਂ ਪੇਪਰ ਭਰਨੇ, ਤੁਹਾਡੇ ਘਰ ਵਿੱਚ ਕਿਸੇ ਨੇ ਭਰਨਾ ਹੋਵੇ ਭਾਵੇਂ ETT ਦਾ, ਹਰਿਆਣਾ ਹਾਈ ਕੋਰਟ ਕਲਰਕ, ਜਿਹੜਾ ਪੰਜਾਬ ਬਣਾ ਹਾਈ ਕੋਰਟ ਕਲਰਕ ਵਾਲਾ ਹਰਿਆਣਾ ਵਾਲਾ ਨਿਕਲਿਆ ਹੋਇਆ, ਚੰਡੀਗੜ੍ਹ ਪੁਲਿਸ ਵਾਲਾ ASI ਨਿਕਲਿਆ ਹੋਇਆ, ਹਾਊਸਿੰਗ ਬੋਰਡ ਕਲਰਕ ਦਾ ਨਿਕਲਿਆ ਹੋਇਆ, ਆਉਣ ਵਾਲਾ ਚੰਡੀਗੜ੍ਹ ਪੁਲਿਸ, ਆਉਣ ਵਾਲੀ ਪੰਜਾਬ ਪੁਲਿਸ, ਆਉਣ ਵਾਲਾ ਪੰਜਾਬ ਪਟਵਾਰੀ, ਆਉਣ ਵਾਲਾ ਕੋਆਪਰੇਟਿਵ ਇੰਸਪੈਕਟਰ ਤੇ ਹੋਰ ਵੀ ਜਿੰਨੀਆਂ ਵੈਕੈਂਸੀਆਂ ਇਨਕਲੂਡਿੰਗ ਇਹ 3 ਤੇ ਦੁਨੀਆ ਭਰ ਦੀਆਂ ਪੂਰੇ 1 ਸਾਲ ਤੱਕ ਦੇ ਟੈਸਟ ਸੀਰੀਜ਼। ਮਤਲਬ ਬੇਸਿਕਲੀ ਜੇ ਤੁਸੀਂ ਤਿਆਰੀ ਕਰਨੀ ਅਗਲੇ 1 ਸਾਲ ਤੱਕ ਪੇਪਰਾਂ ਦੀ, ਜਿਹੜੇ ਹੁਣ ਇਹਨੇ ਪੇਪਰ ਨੇ ਤਾਂ ਉਹਨਾਂ ਦੀ ਵੀ ਤਿਆਰੀ ਕਰਨੀ ਹੈ ਜੇ, ਤਾਂ ਤੁਹਾਡੇ ਲਈ ਇਹ ਤੋਂ ਵਧੀਆ ਮੌਕਾ ਨਹੀਂ ਹੈ। ਆਪਣੇ ਆਪ ਇੱਕ ਵਾਰ ਸੋਚੋ, ਇਹਨਾਂ ਦੇ ਵੀ ਪ੍ਰਾਈਸ ਡ੍ਰੌਪ ਹੋਏ ਹੋਏ ਨੇ, ਇਹ ਵੀ ਤੁਹਾਨੂੰ 1300-1200 ਐ ਕੁਝ ਮਿਲ ਜਾਂਦੇ ਨੇ, ਲੇਕਿਨ 2 ਬੈਚ ਲਓਗੇ ਜੇ ਤੁਸੀਂ 1300 ਦਾ, ਮੰਨ ਲਓ ਇੱਕ ਬੈਚ ਲੈ ਲਿਆ 1200 ਦਾ ਇੱਕ ਬੈਚ ਲੈ ਲਿਆ, ਤੁਸੀਂ ਕਹੋਗੇ ਸਰ ਦੋਨੇ ਪੇਪਰ ਮੈਂ ਭਰਨੇ, ਠੀਕ ਹੈ, ਨਹੀਂ ਭਰਨੇ। ਇਹਦੇ ਵਿੱਚ ਐਡਮਿਸ਼ਨ ਲਈ ਨਾਲ ਪਟਵਾਰੀ ਵਾਲੇ ਚ ਐਡਮਿਸ਼ਨ ਲਈ ਜਦੋਂ ਅਗਲੇ ਸਾਲ ਆਊਗਾ 1600, ਇਹ ਟੋਟਲ ਕਿੰਨਾ ਹੋ ਗਿਆ? 2900। ਹੁਣ ਜੇ ਤੁਹਾਨੂੰ 2000 ਰੁਪਏ ਵਿੱਚ ਜਿੰਨੇ ਵੀ ਬੈਚ ਸੀਗੇ ਹੈਗੇ ਤੇ ਆਣਗੇ, ਉਹਨਾਂ ਦੀ ਟੈਸਟ ਸੀਰੀਜ਼ ਇਨਕਲੂਡਿੰਗ, ਉਹਨਾਂ ਦੀ ਈ-ਬੁੱਕਸ, ਉਹਨਾਂ ਦੀ PDF, ਉਹਨਾਂ ਦੇ ਮੌਕ ਟੈਸਟ ਇਨਕਲੂਡਿੰਗ A to Z ਚੀਜ਼ ਤੁਹਾਨੂੰ ਮਿਲ ਰਹੀ ਹੈ ਜੀ 1990 2000 ਰੁਪਏ ਵਿੱਚ, ਤਾਂ ਜ਼ਰੂਰ ਲਓ ਤੇ ਦੀਵਾਲੀ ਦੇ ਇਸ ਆਫਰ ਦਾ ਫਾਇਦਾ ਚੱਕੋ। ਦੇਖੋ ਦੀਵਾਲੀ ਵਾਲੇ ਆਫਰ ਕਦੇ ਨਹੀਂ ਆਉਂਦੇ, ਸਭ ਤੋਂ ਤਗੜੀ ਸੇਲ ਲੱਗਦੀ ਹੈ Amazon ਤੇ, ਸਭ ਤੋਂ ਤਗੜੀ ਸੇਲ ਲੱਗਦੀ ਹੈ ਫਲਿੱਪਕਾਰਟ ਤੇ, ਤੇ ਆਪਣੇ ਲਈ ਵੀ ਇਹਨਾਂ ਨੇ ਸਭ ਤੋਂ ਤਗੜਾ ਆਫਰ ਦਿੱਤਾ ਹੋਇਆ ਜੀ Y383 Y383 ਲੈ ਕੇ। ਇਹ ਜਿਹੜੀ ਆਪਣੀ ਸਰਕਾਰੀ ਨੌਕਰੀ ਦਾ ਸੁਪਨਾ ਹੈ ਇਹਨੂੰ ਆਪਣਾ ਨਾ ਕਰੋ। ਹੁਣ ਆਪਾਂ ਡਿਸਕਸ ਕਰਦੇ ਆਪਾਂ ਕੀ ਕੁਝ ਕਰ ਲਿਆ ਸੀ। ਆਪਾਂ ਫਿਜ਼ੀਓਗ੍ਰਾਫੀ ਬਾਰੇ ਗੱਲ ਕੀਤੀ ਸੀਗੀ, ਆਪਾਂ ਸ਼ਿਵਾਲਿਕ ਕੰਡੀ, ਐਲੋਵੀਅਲ ਪਲੇਨ ਤੇ ਡਿਊਨ ਸਟੱਡੀਡ ਪਲੇਨ ਬਾਰੇ ਗੱਲ ਕੀਤੀ ਸੀ, ਆਪਾਂ ਇਹਨਾਂ ਚਾਰਾਂ ਬਾਰੇ ਗੱਲ ਕਰ ਲਈ ਸੀ। ਫਿਰ ਆਪਾਂ ਜਿਹੜਾ ਫੋਰੈਸਟ ਏਰੀਆ ਹੈ, ਆ ਵੇਖੋ ਆਪਾਂ ਇੱਕ ਚੀਜ਼ ਆਪਾਂ ਕਵਰ ਕੀਤੀ ਡਿਟੇਲ ਵਿੱਚ। ਤਾਂ ਜਿਹੜੇ ਪਿਛਲੇ 4 ਪਾਰਟ ਨੇ ਉਹਨਾਂ ਨੂੰ ਪਲੀਜ਼ ਜਾ ਕੇ ਜ਼ਰੂਰ ਦੇਖਣੇ ਆ ਤੁਸੀਂ, ਹੈ ਨਾ। ਇਹਨਾਂ ਸਾਰਿਆਂ ਤੋਂ ਬਾਅਦ ਤੁਸੀਂ ਦੇਖੋਗੇ ਅੱਗੇ ਜਾ ਕੇ ਆਪਾਂ ਕੀਤੀ ਸੀ ਫੋਰੈਸਟ ਬਾਰੇ ਗੱਲ ਕੀਤੀ ਸੀ, ਤੇ ਅੱਜ ਆਪਾਂ ਕਰਨੀਆਂ ਨੇ ਨਦੀਆਂ ਸ਼ੁਰੂ, ਹੈ ਨਾ। ਅੱਜ ਆਪਾਂ ਕਰਨੀਆਂ ਨੇ ਨਦੀਆਂ ਸ਼ੁਰੂ ਕਰਨੀਆਂ ਨੇ। ਤਾਂ ਨਦੀਆਂ ਕਿਹੜੀਆਂ ਨੇ? ਪਹਿਲੀ ਗੱਲ ਤਾਂ 5 ਆਪ ਬਣਿਆ ਤਾਂ 5 ਨਦੀਆਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਨੇ। ਇਹ ਤਾਂ ਉਹਨੂੰ ਵੀ ਪਤਾ ਹੋਣੀ ਚਾਹੀਦੀ ਜਿਹੜਾ ਤਿਆਰੀ ਨਹੀਂ ਕਰ ਰਿਹਾ। ਇੰਡਸ ਤਾਂ ਪੂਰੀ ਸਿੰਧੂ ਨਦੀ ਹੋ ਗਈ, ਰਾਵੀ, ਬਿਆਸ, ਸਤਲੁਜ, ਚਨਾਬ ਤੇ झेलम, ਇਹ 5 ਨਦੀਆਂ ਨੇ। ਹੁਣ ਇਹਨਾਂ ਨੂੰ ਇੱਕ ਇੱਕ ਕਰਕੇ ਆਪਾਂ ਪੜ੍ਹਨਾ ਸ਼ੁਰੂ ਕਰਾਂਗੇ, ਠੀਕ ਹੈ। ਦੇਖੋ ਜ਼ਿਆਦਾ ਨਹੀਂ, ਜ਼ਿਆਦਾ ਲੋਡ ਨਹੀਂ ਪਾਉਂਗਾ, ਛੋਟੀ ਕਲਾਸ ਰੱਖੂਗੇ ਤਾਂ ਜੋ ਤੁਹਾਨੂੰ ਵੀ ਦੇਖਣ 'ਚ ਆਇਆ ਨਾ ਹੋਵੇ ਹਾਏ ਹਰੀ 1.5 ਘੰਟੇ ਦੀ ਕਲਾਸ ਪਈ, ਓਹ ਉੱਦਾਂ ਵੀ ਨਹੀਂ ਕਰਨਾ। ਆਪਾਂ ਛੋਟੀ ਕਲਾਸ ਰੱਖਾਂਗੇ ਤਾਂ ਜੋ ਪੜ੍ਹਨ 'ਚ ਵੀ ਸਵਾਦ ਆਵੇ, ਹੈ ਨਾ। ਪੜ੍ਹਨ ਦਾ ਸਵਾਦ ਲੈਣਾ ਹੈ, ਅਸੀਂ ਤਾਂ ਆਨੰਦ ਲੈਣ ਆਇਆ, ਹੈ ਨਾ। ਕਿਆ ਬਾਤ ਹੈ, ਤੀਆਂ ਲੱਗੇ ਪਈ, ਉਹੋ ਜੀ ਗੱਲ ਕਰਾਣੀ ਹੈ ਕਲਾਸ 'ਚ। ਤਾਂ ਲਈ ਕਲਾਸ ਨੂੰ ਇੱਕ ਵਾਰ ਸ਼ੇਅਰ ਕਰ ਦਿਓ, ਕਲਾਸ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਤਾਂ ਸ਼ੁਰੂ ਕਰਦੇ ਆਪਾਂ ਜੀ ਨਦੀਆਂ ਤੋਂ। ਤਾਂ ਸ਼ੁਰੂ ਕਰਾਂਗੇ ਆਪਾਂ ਸਤਲੁਜ ਤੋਂ। ਸਭ ਤੋਂ ਇਹਨਾਂ ਵਿੱਚੋਂ ਸਭ ਤੋਂ ਜਿਹੜੀ ਵੱਡੀ ਨਦੀ ਹੈ, ਕਹਿੰਦੇ ਜੀ ਚੀਨ ਤੋਂ ਤਿੱਬਤ ਤੋਂ ਹੁੰਦੇ ਹੋਏ ਉਹ ਜਾਂਦੇ ਪਾਕਿਸਤਾਨ ਵਿੱਚ ਜਾ ਕੇ ਇੰਡਸ ਵਿੱਚ ਜਾ ਕੇ ਜੁੜਦੀ ਹੈ। ਇਹਨਾਂ 5 ਨਦੀਆਂ ਤੋਂ ਸਭ ਤੋਂ ਵੱਡੀ ਨਦੀ ਦੀ ਗੱਲ ਕਰਦੇ ਹਾਂ। ਤਾਂ ਅਮੰਗ ਦਾ 5 ਰਿਵਰਸ ਆਫ ਦਾ ਕੋਰ ਰੀਜਨ ਦਾ ਸਤਲੁਜ ਇੰਡੀਡ ਦਾ ਮੇਜਰ ਸਟਰੀਮ ਹੈ, ਕਿਉਂਕਿ ਸਾਰੀ ਨਦੀਆਂ ਬਿਆਸ ਆ ਕੇ ਉਧਰ ਮਿਲ ਰਹੀ ਹੈ, ਚਨਾਬ ਉਧਰ ਮਿਲ ਰਹੀ ਹੈ, ਰਾਵੀ, ਸਤਲੁਜ, झेलम, ਸਾਰੀ ਨਦੀਆਂ ਆ ਕੇ ਇਨ ਦੀ ਐਂਡ ਕਿੱਥੇ ਮਿਲ ਰਹੀਆਂ ਨੇ? ਸਤਲੁਜ ਵਿਚਕਾਰ ਜਾ ਕੇ ਹੀ ਮਿਲਦੀਆਂ ਨੇ। ਤਾਂ ਸਭ ਤੋਂ ਮੇਜਰ ਜੇ ਸਟਰੀਮ ਤੁਹਾਡੇ ਨੂੰ ਗੱਲ ਪੁੱਛੀ ਜਾਵੇ ਕਿ ਜਿਹੜੀ 5 ਨਦੀਆਂ ਵਿੱਚ ਸਭ ਤੋਂ, ਜੇ ਤੁਸੀਂ ਕਹੋ ਤੁਹਾਡੇ ਤੋਂ ਸਵਾਲ ਆਵੇ ਕਿ ਮੇਜਰ ਸਟਰੀਮ ਕਿਹੜੀ ਹੈ, ਸਤਲੁਜ ਹੈ। ਇਹਦਾ ਵੈਦਿਕ ਨੇ ਮੈਂ ਤੁਹਾਡੇ ਕੋਲ ਪੁੱਛਿਆ ਸੀਗਾ, ਵੈਦਿਕ ਨਾਲ ਧਿਆਨ ਰਾਤ ਕਰਕੇ ਆਏ ਹੋ ਤਾਂ ਆਪਣੇ ਆਪ ਧਿਆਨ ਰੱਖੋ, ਸ਼ਤੁਦਰੀ, ਠੀਕ ਹੈ, ਸ਼ਤੁਦਰੀ ਇਹਦਾ ਵੈਦਿਕ ਨੇ। ਚਲੋ ਹਾਂਜੀ, ਆਹ ਵੇਖੋ ਜੀ, ਇਹ ਮੈਪ ਹੈ। ਮੈਂ ਹਮੇਸ਼ਾ ਕਿਹਾ ਹੈ ਮੈਪ ਧਿਆਨ ਰੱਖ ਲਓ, ਜਿੱਦਣ ਮੈਪ ਯਾਦ ਹੋ ਗਿਆ ਪੰਜਾਬ GK ਪੰਜਾਬ ਦਾ ਮੈਪ ਕੁਝ ਵੀ ਨਹੀਂ ਰਹਿਣਾ। ਇਹ ਰਿਹਾ ਮਲੇਰਕੋਟਲਾ। ਤਾਂ ਆਹ ਵੇਖੋ ਆਪਾਂ ਗੱਲ ਕੀਤੀ ਸਤਲੁਜ ਐਂਟਰ ਹੁੰਦੀ ਹੈ ਇਹ ਰੂਪਨਗਰ ਤੋਂ, ਐਦਾਂ ਇਹ ਹੁੰਦੇ ਹੋਏ ਐ ਘੁੰਮਦੇ ਹੋਏ ਬੁੱਢਾ ਨਾਲਾ ਉੱਤੇ 2 ਭਾਗ ਬਣ ਜਾਂਦੇ ਨੇ, ਫਿਰ ਅੱਗੇ ਜਾ ਕੇ ਇਹ ਹਰੀਕੇ ਵਿੱਚ
ਕਿਹਦੇ ਨਾਲ ਜੁੜਦੀ ਹੈ, ਹਰੀਕੇ ਜਾ ਕੇ ਬਿਆਸ ਨਾਲ ਜੁੜਦੇ ਤੇ ਫਿਰ ਇਹ ਅੱਗੇ ਜਾ ਕੇ ਐਂਟਰ ਕਰ ਜਾਂਦੀ ਹੈ ਪਾਕਿਸਤਾਨ ਵੱਲ। ਹੁਣ ਆਪਾਂ ਇਹਨੂੰ ਆਪਾਂ ਡਿਟੇਲ ਵਿੱਚ ਕਰਦੇ ਹਾਂ ਕਿ ਹੈ ਕੀ, ਜਬ ਹੈ ਸਤਲੁਜ ਦਾ ਕੀ ਹੈ ਹਿਸਾਬ ਕਿਤਾਬ। ਤਾਂ ਐਂਸ਼ੀਅੰਟ ਨੇਮ ਆਫ ਸਤਲੁਜ ਰਿਵਰ ਇਜ਼ ਜ਼ਰਾਦਰੋਸ, ਤੇ ਇਹਦਾ ਸੰਸਕ੍ਰਿਤ ਨਾਂ ਕੀ ਹੈ ਮੈਂ ਦੱਸਿਆ, ਵੈਦਿਕ ਨਾਂ ਕੀ ਹੈ ਸ਼ਤਾਦਰੂ। ਤਾਂ ਦੋਨੇ ਗੱਲਾਂ ਧਿਆਨ ਰੱਖਣੀਆਂ, ਗ੍ਰੀਕ ਨਾਂ ਹੈ ਜ਼ਾਰਾਡਰੋਸ ਤੇ ਸ਼ਤੁਦਰੀ, ਜਾਂ ਫਿਰ ਤੇ ਸੰਸਕ੍ਰਿਤ ਨਾਂ ਇਹਦਾ ਕੀ ਹੈ ਸ਼ਤੁਦਰੀ ਜਾਂ ਫਿਰ ਸ਼ਤਾਦਰੂ, ਕੁਝ ਵੀ ਆਊਗਾ ਪੇਪਰ 'ਚ ਤਾਂ ਅਕੋਰਡਿੰਗਲੀ ਮਾਰਕ ਕਰਨਾ ਹੈ। ਤਾਂ ਇਟ ਇਜ਼ ਲੌਂਗੈਸਟ ਆਫ ਦ 5 ਟ੍ਰਿਬਿਊਟਰੀਜ਼ ਆਫ ਦ ਇੰਡਸ ਰਿਵਰ। ਤਾਂ ਇੰਡਸ ਨਦੀ ਵਿੱਚ ਜਾ ਕੇ, ਕਿਉਂਕਿ 5 ਦੀ 5 ਨਦੀਆਂ ਮਿਲਦੀਆਂ ਨੇ, ਸਿੰਧੂ ਨਦੀ ਜਿਹਨੂੰ ਕਹਿੰਦੇ ਨੇ, ਤਾਂ ਉਹਨਾਂ ਵਿੱਚੋਂ ਸਭ ਤੋਂ ਵੱਡੀ ਸਭ ਤੋਂ ਲੰਬੀ ਇਹੀ ਹੈ। ਤਾਂ 5 ਨਦੀਆਂ ਕਿਹੜੀਆਂ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ, ਝੇਲਮ, ਚਨਾਬ, ਰਾਵੀ, ਬਿਆਸ ਤੇ ਸਤਲੁਜ ਆਰ ਦਾ ਮੇਨ ਟ੍ਰਿਬਿਊਟਰੀਜ਼ ਆਫ ਇੰਡਸ, ਹੈ ਨਾ। ਚਲੋ ਹੁਣ origin ਦੀ ਗੱਲ ਕਰਦੇ ਹਾਂ। ਤੁਸੀਂ ਸੁਣਿਆ ਹੋਊਗਾ ਕਿ ਰਿਵਰ ਸਤਲੁਜ ਕਿੱਥੋਂ ਨਿਕਲਦੀ ਹੈ, ਉਹ ਨਿਕਲਦੀ ਹੈ ਲੇਕ ਰਕਸ਼ਾ ਸਥਲ ਤੋਂ, ਲੇਕਿਨ ਇਹ ਨਹੀਂ ਕਿਸੇ ਨੇ ਸੋਚਿਆ ਹੋਊਗਾ ਕਿ ਇਹਨੂੰ ਲਾ ਨਗਾ ਵੀ ਕਹਿੰਦੇ ਨੇ। ਤਾਂ ਆਪਾਂ ਮੋਸਟਲੀ ਆਪਾਂ ਜੇ ਤੁਸੀਂ ਕਿਤਾਬਾਂ ਵਿੱਚ ਵੀ ਦੇਖੋ ਹਰ ਥਾਂ ਲਿਖਿਆ ਹੋਗਾ ਲੇਕ ਰਕਸ਼ਾ ਸਥਲ, ਲੇਕਿਨ ਆਪਾਂ ਤੁਹਾਨੂੰ ਉਹਨਾਂ ਤੋਂ ਅਲੱਗ ਕਰਾ ਰਹੇ ਹਾਂ, ਹਰ ਕਿਤਾਬਾਂ ਤੋਂ ਅਲੱਗ ਕਰਾ ਰਹੇ, 5-6 ਕਿਤਾਬਾਂ ਦਾ ਇਹਦੇ ਅੰਦਰ ਮਿਸ਼ਰਣ ਨਿਚੋੜ ਹੈ ਇਹਦੇ ਵਿੱਚ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਲੇਕ ਰਕਸ਼ਾ ਸਥਲ ਨੂੰ ਲਾ ਨਗਾ ਵੀ ਕਿਹਾ ਜਾਂਦਾ ਹੈ। ਤੇ ਕਿੱਥੋਂ ਨਿਕਲਦੀ ਹੈ ਸਤਲੁਜ, ਤਿੱਬਤ ਤੋਂ ਨਿਕਲਦੀ ਹੈ ਸਤਲੁਜ। ਇੱਕ ਵਾਰ ਵੀਡੀਓ ਨੂੰ ਆਪਣੇ ਆਪ ਲਾਈਕ ਤੇ ਸ਼ੇਅਰ ਕਰੀ ਜਾਓ ਯਾਰ, ਮੈਨੂੰ ਬਾਰ-ਬਾਰ ਨਾ ਕਹਿਣਾ ਪਵੇ, ਹੈ ਨਾ, ਬਹੁਤ ਇੰਪੋਰਟੈਂਟ ਚੀਜ਼ ਤੁਹਾਨੂੰ ਵੀ ਪਤਾ ਯਾਰ। ਚਲੋ, ਐਂਟਰਸ ਪੰਜਾਬ ਫਰਮ ਭਾਖੜਾ ਰੂਪਨਗਰ ਡਿਸਟ੍ਰਿਕਟ। ਭਾਖੜਾ ਨੰਗਲ ਡੈਮ ਸੁਣਿਆ ਹੋਊਗਾ ਨਾ, ਉਧਰੋਂ ਹੀ ਬਸ ਐਂਟਰੈਂਸ ਹੈ ਪੰਜਾਬ ਵਿੱਚ, ਠੀਕ ਹੈ। ਐਟ ਹਰੀਕੇ ਇਟ ਇਜ਼ ਇੰਟਰਸੈਪਟਡ ਬਾय ਬਿਆਸ। ਕਿੱਥੇ ਐਟ ਹਰੀਕੇ ਇਟ ਇਜ਼ ਇੰਟਰਸੈਪਟਡ ਬਾय ਬਿਆਸ, ਇਹ ਇਧਰ ਜਿਹੜਾ ਪਾਸ ਇਧਰ ਬਿਆਸ ਨਾਲ ਕੇ ਟੱਕਰ ਮਾਰਦੀ ਹੈ ਨਾ, ਬਿਆਸ ਜੁੜ ਜਾਂਦੀ ਹੈ। ਹਰੀਕੇ ਇਟ ਇਜ਼ ਇੰਟਰਸੈਪਟਡ ਬਾय ਬਿਆਸ, then it takes a south westerly course. It marks the boundary between east and west Punjab from near Firozpur to Fazilka for about 120 ਕਿਲੋਮੀਟਰ। ਇਹ ਗੱਲ ਕਦੋਂ ਕਿੱਧਰ ਦੀ ਹੋ ਰਹੀ ਹੈ, ਇਹ ਗੱਲ ਕਿੱਧਰ ਦੀ ਹੋ ਰਹੀ ਹੈ, ਕਹਿੰਦੇ ਇਹ ਸਾਊਥ ਵੈਸਟਰਨ ਟਰਨ ਲੈਂਦੀ ਹੈ ਤੇ ਫਿਰ ਇਹ ਸਾਰਾ ਏਰੀਆ ਜਿਹੜਾ ਫਾਜ਼ਿਲਕਾ ਤੇ ਫਿਰੋਜ਼ਪੁਰ ਵਾਲਾ, ਇਹ ਕਿੰਨਾ ਹੈ, ਇਹ 120 ਕਿਲੋਮੀਟਰ ਦਾ ਹੈ, 120 ਕਿਲੋਮੀਟਰ। ਤੇ ਫਿਰ ਐਂਟਰ ਕਰ ਜਾਂਦੀ ਹੈ ਕਿੱਥੇ, ਫਿਰ ਐਂਟਰ ਕਰ ਜਾਂਦੀ ਹੈ ਅੱਗੇ ਕਿੱਥੇ, ਪਾਕਿਸਤਾਨ ਵਿੱਚ ਐਂਟਰ ਕਰ ਜਾਂਦੀ ਹੈ। ਚਲੋ ਠੀਕ ਹੈ, ਪੜ੍ਹ ਲਿਆ ਆਪਾਂ ਇਹ ਸਾਰਾ, ਬਿਲਕੁਲ। ਫਿਰ ਅੱਗੇ from there it follows a south westerly course to meet the joint course of the ਰਾਵੀ, ਚਨਾਬ ਐਂਡ ਝੇਲਮ। ਇਹਨਾਂ ਨੂੰ ਕਿਹਾ ਜਾਂਦਾ ਤ੍ਰਿਮਬ ਕਿਹਾ ਜਾਂਦਾ, ਯਾਨੀ ਕਿ 3 ਰਿਵਰ। ਕਿਉਂਕਿ ਪਹਿਲਾਂ ਹੁੰਦਾ ਕੀ ਹੈ, ਝੇਲਮ, ਚਨਾਬ ਤੇ ਰਾਵੀ ਇਕੱਠੇ ਹੋ ਚੁੱਕੇ ਹੁੰਦੇ ਆ, ਬਿਆਸ ਸਤਲੁਜ ਵਿੱਚ ਜਾ ਕੇ ਟੱਕਰ ਮਾਰ ਚੁੱਕੀ ਹੁੰਦੀ ਹੈ, ਤੇ ਝੇਲਮ, ਰਾਵੀ ਤੇ ਚਨਾਬ ਆਪਸ ਚ ਟੱਕਰ ਮਾਰ ਚੁੱਕੇ ਹੁੰਦੇ ਆ। ਫਿਰ ਅੱਗੇ ਜਾ ਕੇ ਇਹਨਾਂ ਦੀ ਆ ਵੇਖੋ, ਇਹ ਸਤਲੁਜ ਜਾ ਰਹੀ ਹੈ, ਇਹ ਰਾਵੀ, ਇਹ ਸਤਲੁਜ, ਇਹ ਚਨਾਬ, ਇਹ ਆ ਕੇ ਸੌਰੀ ਇਹ ਰਾਵੀ, ਇਹ ਝੇਲਮ, ਇਹ ਚਨਾਬ ਇੱਧਰ ਆ ਕੇ ਟੱਕਰ ਮਾਰ ਚੁੱਕੇ ਪਾਕਿਸਤਾਨ 'ਚ। ਤੇ ਅੱਗੇ ਜਾ ਕੇ ਫਿਰ ਪਾਕਿਸਤਾਨ 'ਚ ਸਤਲੁਜ ਦੀ ਟੱਕਰ ਹੁੰਦੀ ਹੈ ਕਿਹਨਾਂ ਨਾਲ, ਇਹਨਾਂ 3 ਨਦੀਆਂ ਨਾਲ। ਬਿਆਸ ਸਤਲੁਜ ਵਿੱਚ ਪਹਿਲਾਂ ਮਿਲ ਚੁੱਕੀ ਸੀ, ਪਾਕਿਸਤਾਨ ਵਿੱਚ ਜਾ ਕੇ ਝੇਲਮ, ਰਾਵੀ ਤੇ ਚਨਾਬ ਆਪਸ ਵਿੱਚ ਮਿਲ ਚੁੱਕੀਆਂ ਨੇ। ਤਾਂ ਉਹਨਾਂ ਦੀ ਨਦੀ ਇੱਕ ਤੇ ਸਤਲੁਜ ਬਿਆਸ ਵਾਲੀ ਨਦੀ, ਇਹ 3 ਇਹ 2 ਆ ਕੇ ਇਕੱਠੀ ਹੋ ਜਾਂਦੀਆਂ ਨੇ, ਇਹ ਬਣ ਜਾਂਦੀਆਂ ਨੇ ਇੱਕ ਨਦੀ, ਇਹ ਬਣ ਜਾਂਦੀ ਨੇ ਇੱਕ ਨਦੀ, ਬਣ ਜਾਂਦੀ ਹੈ ਪੂਰੀ 5। ਤੇ ਫਿਰ ਅੱਗੇ ਜਾ ਕੇ ਇੱਕ ਥਾਂ ਜਿਹਨੂੰ ਕਿਹਾ ਜਾਂਦਾ ਜੀ ਪੰਚਨਾਦ। ਕੀ ਕਿਹਾ ਜਾਂਦਾ, ਪੰਚਨਾਦ ਨਦੀ। ਇਹ ਕਿਹੜੀ ਪੰਚਨਾਦ ਨਦੀ, ਜਦੋਂ ਇੰਡਸ ਨਾਲ ਮਿਲਦੀ ਹੈ, ਮਤਲਬ ਕਿ ਇੱਥੇ 5 ਦਰਿਆਵਾਂ ਦਾ ਪਾਣੀ ਹੈ, ਤਾਂ ਹੀ ਜਿਹੜਾ ਨਾਂ ਪਿਆ ਸੀ ਪੰਜਾਬ ਦਾ, ਕਿੰਨਾ ਸੋਹਣਾ ਨਾਂ ਪਿਆ ਸੀ, ਪੰਜ ਆਬ, ਹੈ ਨਾ। ਚਲੋ, ਤਾਂ ਦਿਸ ਮੀਟਿੰਗ ਪੁਆਇੰਟ ਆਫ, ਮੈਂ ਜਿਹੜੀ ਗੱਲ ਕਹਿ ਚੁੱਕਾ ਤੁਹਾਨੂੰ, ਸਤਲੁਜ, ਬਿਆਸ ਤੇ ਨਾਲ ਤ੍ਰਿਮਬ, ਮਤਲਬ ਕਿ ਰਾਵੀ, ਚਨਾਬ ਤੇ ਝੇਲਮ, ਇਹਨੂੰ ਕੀ ਕਿਹਾ ਜਾਂਦਾ ਜੀ, ਪੰਜਨਾਦ ਕਿਹਾ ਜਾਂਦਾ, ਯਾਨੀ ਕਿ 5 ਨਦੀਆਂ। ਕਿੰਨਾ ਸੋਹਣਾ ਨਾਂ ਰੱਖਿਆ ਸੀ, ਹੈ ਨਾ। ਚਲੋ ਹੁਣ ਤਾਂ ਟੁੱਟ ਗਏ, ਟੁਕੜੇ ਹੋ ਗਏ, ਈਸਟ ਪੰਜਾਬ, ਵੈਸਟ ਪੰਜਾਬ ਹੋ ਗਿਆ, ਲੇਕਿਨ ਪਹਿਲਾਂ ਕਿੰਨਾ ਸੋਹਣਾ ਹੁੰਦਾ ਸੀ। ਅੱਗੇ ਚਲੋ, ਤਾਂ ਬੇਸਿਕ ਜਿਹਾ ਇਹਦੇ ਬਾਰੇ ਕ੍ਰਾਈਟੇਰੀਆ ਹੁੰਦਾ, ਜਿਹੜਾ ਲੈਂਥ ਕਿੰਨੀ ਜਾਂਦੀ ਹੈ ਇਹਦੀ, 1450 ਕਿਲੋਮੀਟਰ ਹੁੰਦੀ ਹੈ। ਕਹਿੰਦੇ ਇਟ ਫਲੋਸ ਫॉर ਅਬਾਊਟ 1050 ਕਿਲੋਮੀਟਰ ਇਨ ਦਾ ਈਸਟ ਦੀ ਗੱਲ, ਮਤਲਬ ਕਿ ਭਾਰਤ ਦੀ ਗੱਲ ਹੋ ਰਹੀ ਹੈ। ਐਂਡ ਫॉर ਅਬਾਊਟ, ਬਾਕੀ ਜਿਹੜਾ ਬਚਿਆ ਕਿੰਨਾ ਰਹਿ ਗਿਆ, 400 ਕਿਲੋਮੀਟਰ, ਮਤਲਬ ਪਾਕਿਸਤਾਨ ਵਿੱਚ। ਐਂਡ ਡਰੇਨਸ ਅਬਾਊਟ 25900 ਸਕੁਆਇਰ ਕਿਲੋਮੀਟਰ ਏਰੀਆ, ਯਾਨੀ ਕਿ ਇਹਦਾ ਜਿਹੜਾ ਕੈਚਮੈਂਟ ਏਰੀਆ ਹੁੰਦਾ ਹੈ ਉਹ ਕਿੰਨਾ ਹੁੰਦਾ ਹੈ, ਉਹ ਹੁੰਦਾ ਹੈ ਜੀ 25900 ਸਕੁਆਇਰ ਕਿਲੋਮੀਟਰ, ਹੈ ਨਾ। ਚਲੋ, ਇਹ ਸਤਲੁਜ ਹੋ ਗਈ ਆਪਣੀ ਪੂਰੀ। ਆ ਦੇਖੋ ਜੀ, ਸਤਲੁਜ ਨਦੀ ਆਈ ਸੀਗੀ, ਇਹ ਸਤਲੁਜ ਆਈ, ਇਹ ਆਈ ਸਤਲੁਜ, ਇਹ ਸਤਲੁਜ ਆਈ, ਇਧਰ ਬਿਆਸ ਆ ਕੇ ਟੱਕਰ ਮਾਰ ਗਈ, ਇਧਰ ਸਤਲੁਜ ਆਏਗੀ। ਫਿਰ ਰਾਵੀ, ਚਨਾਬ ਤੇ ਝੇਲਮ ਆ ਕੇ ਇਕੱਠੀ ਜਦੋਂ ਹੋ ਗਈ, ਇਹ ਬਣ ਗਿਆ ਤ੍ਰਿਮਬ, ਬਣ ਗਿਆ ਤ੍ਰਿਮਬ। ਜਾ ਕੇ ਜਦੋਂ ਇੱਧਰ ਜੁੜਿਆ, ਇਹ ਬਣ ਗਿਆ ਪੰਜਨਾਦ। ਫਿਰ ਅੱਗੇ ਜਾ ਕੇ ਇਹ ਜੁੜ ਗਈ ਇੰਡਸ ਵਿੱਚ, ਤੇ ਅੱਗੇ ਜਾ ਕੇ ਗੜੁੰਮ ਹੋ ਗਈ ਕਿੱਥੇ, ਅਰੇਬੀਅਨ ਸੀ ਵਿੱਚ, ਠੀਕ ਹੈ, ਅਰੇਬੀਅਨ ਸੀ ਵਿੱਚ ਜਾਂਦੀ ਹੈ। ਚਲੋ, ਹੁਣ ਆਪਾਂ ਗੱਲ ਕਰਾਂਗੇ ਬਿਆਸ ਬਾਰੇ। ਤਾਂ ਬਿਆਸ ਦਾ origin ਤੁਹਾਨੂੰ ਪਤਾ ਹੋਣਾ ਚਾਹੀਦਾ, ਆਪਾਂ ਗੱਲ ਕਰ ਚੁੱਕੇ ਹਾਂ ਜੀ, ਕਿਤੇ ਰੋਹਤਾਂਗ ਪਾਸ ਦੇ ਨੇੜੇ ਤੇ ਨਿਕਲਦਾ, ਲੇਕਿਨ ਐਗਜ਼ੈਕਟ ਦੇਖੋ, ਬਿਆਸ ਰਾਈਜ਼ਸ ਫਰੋਮ ਦਾ ਸਾਊਦਰਨ ਫੇਸ ਆਫ ਰੋਹਤਾਂਗ ਪਾਸ 4062 ਮੀਟਰ ਅਬਵ ਦਾ ਸੀ ਲੈਵਲ ਇਨ ਦਾ ਕੁੱਲੂ ਜ਼ਿਲ੍ਹਾ। ਤਾਂ ਜੇ ਕੋਈ ਗਿਆ ਹੋਵੇ ਉਧਰ, ਗਿਆ ਕੋਈ ਗਿਆ ਹੋਵੇ ਜੇ ਕੁੱਲੂ ਮਨਾਲੀ ਵੱਲ ਨੂੰ, ਉੱਧਰ ਜਦੋਂ ਤੁਸੀਂ ਮਨਾਲੀ ਜਾ ਰਹੇ ਹੋ ਤਾਂ ਸਾਈਡ ਤੇ ਨਦੀ ਪੈਂਦੀ ਹੈ, ਉਹਨੂੰ ਬਿਆਸ ਕਹਿੰਦੇ ਨੇ। ਉਹ ਕੀ ਹੈ, ਪਾਰਵਤੀ ਨਦੀ ਰਹਿੰਦੀ ਆ, ਪਾਰਵਤੀ ਨਦੀ ਵਹਿੰਦੀ ਹੈ। ਤਾਂ ਆਫਟਰ ਇਟਸ ਹਿਲ ਜਰਨੀ ਇਟ ਐਂਟਰਸ ਪੰਜਾਬ ਪਲੇਨ ਨੀਅਰ ਮੀਰਥਲ। ਇਹ ਇੰਪੋਰਟੈਂਟ ਚੀਜ਼ ਹੋਗੀ।
ਸਤਲੁਜ ਕਿੱਥੇ ਐਂਟਰ ਕੀਤੀ ਸੀ? ਭਾਖੜਾ। ਇਹ ਕਿੱਥੇ ਐਂਟਰ ਕਰਦੀ ਹੈ ਪੰਜਾਬ ਨੂੰ? ਨੀਅਰ ਮੀਰਥਲ, ਵੇਅਰ ਇਟ ਇਜ਼ ਜੁਆਇਨਡ ਬਾय ਦਾ ਚੱਕੀ ਸਟਰੀਮ। ਇਹ ਵੀ ਸਵਾਲ ਆ ਚੁੱਕਾ ਹੈ ਕਿ ਬਿਆਸ ਜਦੋਂ ਪੰਜਾਬ ਵਿੱਚ ਐਂਟਰ ਕਰਦੀ ਹੈ ਉਹ ਕਿਹੜੀ ਸਟਰੀਮ ਆ ਕੇ ਉਹਨੂੰ ਮਿਲਦੀ ਹੈ? ਤਾਂ ਅੱਡ ਅੱਡ ਅਜੀਬ ਅਜੀਬ ਦੇ ਨਾਂ ਸੀਗੇ, ਬੁੱਢਾ ਨਾਲਾ ਵਰਗੇ ਨਾਂ ਵੀ ਸੀਗੇ, ਤਾਂ ਚੱਕੀ ਸਟਰੀਮ ਹੋ ਜਾਊਗਾ ਉਹਦਾ ਆਨਸਰ। ਠੀਕ ਹੈ, ਬਿਆਸ ਜੁਆਇਨ ਸਤਲੁਜ ਐਟ ਹਰੀਕੇ, ਇਹ ਆਪਾਂ ਤੀਜੀ ਚੌਥੀ ਵਾਰ ਪੜ੍ਹ ਰਹੇ ਹਾਂ ਅੱਜ। ਤਾਂ ਆਫਟਰ ਫਲੋਇੰਗ ਓਵਰ ਅ 150 ਕਿਲੋਮੀਟਰ ਸੈਪਰੇਟਿੰਗ ਦਾ ਅਪਰ ਬਰੀ ਦੁਆਬ ਫਰੋਮ ਦਾ ਬਿਸ਼ਟ ਦੁਆਬ। ਦੁਆਬਾ ਬਾਰੇ ਆਪਾਂ ਗੱਲ ਕੀਤੀ ਸੀ, 5 ਦੁਆਬ ਜਿਹੜੇ ਸੀਗੇ, ਬਿਆਸ ਤੇ ਰਾਵੀ ਵਾਲਾ ਤੇ ਬਿਆਸ ਤੇ ਸਤਲੁਜ ਵਾਲਾ ਦੁਆਬ। ਕਹਿੰਦੇ ਜੀ ਅੱਗੇ ਜਾ ਕੇ ਹਰੀਕੇ ਵਿੱਚ ਟੱਕਰ ਮਾਰਦੀ ਹੈ ਆਫਟਰ ਫਲੋਇੰਗ ਆਫ ਓਵਰ 150 ਕਿਲੋਮੀਟਰ ਤੋਂ ਜ਼ਿਆਦਾ ਕੱਲੀ ਟਰੈਵਲ ਕਰਨ ਤੋਂ ਬਾਅਦ ਹਰੀਕੇ ਜਾ ਕੇ ਸਤਲੁਜ ਨਾਲ ਇੱਕੋ ਮਿੱਕ ਹੋ ਜਾਂਦੀ ਹੈ ਨਾ। ਆਹ ਵੇਖੋ ਜੀ, ਆ ਮੈਪ ਆ ਗਿਆ ਹੈ, ਮੈਪ ਦੇਖੋ, ਮੈਪ ਸਿੱਧੀ ਜੀ ਗੱਲ ਹੈ। ਇਹ ਸਤਲੁਜ ਹੋ ਗਿਆ, ਇਹ ਕਹਿੰਦੇ 150 ਕਿਲੋਮੀਟਰ ਦਾ ਰਾਉਂਡ ਟਰੈਵਲ ਕੀਤੀ ਤੇ ਇਧਰ ਹਰੀਕੇ ਹੋ ਗਿਆ ਪੁਆਇੰਟ, ਇਹ ਹਰੀਕੇ ਵਿੱਚ ਆ ਕੇ ਇਹ ਇੱਕੋ ਮਿੱਕੇ। ਕਹਿੰਦੇ ਮੈਂ ਤੇ ਸੱਜਣ ਇੱਕੋ ਮਿੱਕੇ, ਦੱਸੋ ਜੀ ਹੁਣ ਕੀ ਕਰੀਏ? ਹਰੀਕੇ ਜਾ ਕੇ ਹੋ ਜਾਂਦੇ ਨੇ ਇਹ ਦੋਨੇ ਇੱਕੋ ਮਿੱਕੇ। ਚਲੋ, ਤਾਂ ਬਿਆਸ ਬਾਰੇ ਛੋਟੀ ਮੋਟੀ ਗੱਲਾਂ ਜਿਹੜੀਆਂ ਨੇ, ਲੈਂਥ ਇਹਦੀ ਆਪਾਂ ਗੱਲ ਕਰ ਚੁੱਕੇ ਆ ਜੀ 460 ਕਿਲੋਮੀਟਰ। ਡਰੇਨ ਕਿਤੇ ਹੁੰਦੀ ਨਹੀਂ, ਸਤਲੁਜ ਵਿੱਚ ਮਿਲ ਜਾਂਦੀ ਹੈ। ਤੇ ਇਹਦਾ ਕੈਚਮੈਂਟ ਏਰੀਆ ਕਿੰਨਾ ਹੈ? 20,000 ਸਕੁਆਇਰ ਕਿਲੋਮੀਟਰ ਦਾ ਕੈਚਮੈਂਟ ਏਰੀਆ ਹੋ ਜਾਂਦਾ ਹੈ। ਅੱਜ ਆਪਾਂ ਦੋ ਹੀ ਰੱਖਾਂਗੇ, ਦੇਖੋ ਜ਼ਿਆਦਾ ਲੋਡ ਨਹੀਂ ਦੇਣਾ। ਇਸ ਕਲਾਸ ਦਾ ਮਤਲਬ ਹੈ ਵੀ ਸਾਨੂੰ ਯਾਦ ਹੁੰਦਾ ਰਹੇ ਨਾਲ ਨਾਲ, ਸਾਨੂੰ ਉਹ ਨਹੀਂ ਕਰਨਾ ਕਿ ਹਾਂ ਛੇਤੀ 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 ਪੂਰਾ ਕਰਾ ਦਿਓ। ਮੇਰਾ ਇਸ ਕਲਾਸ ਦਾ ਮਤਲਬ ਮਕਸਦ ਹੈ ਕਿ ਤੁਹਾਡੇ ਦਿਮਾਗ 'ਚ ਲੋਡ ਵੀ ਨਾ ਪਵੇ। ਹੁੰਦਾ ਨਾ ਯਾਰ ਕਿ ਅੱਛਾ ਛੋਟੀ ਵੀਡੀਓ ਦੇਖ ਲੈਂਦੇ ਆਪਾਂ, ਜੇ ਵੱਡੀ ਹੋ ਗਈ 2 ਘੰਟੇ ਦੀ ਬਣਾਤੀ ਮੈਂ ਕਰਾ ਸਕਦਾ ਹਜੇ, ਲੇਕਿਨ ਸਵਾਦ ਨਹੀਂ ਆਣਾ। ਤਾਂ ਅੱਜ ਲਈ ਇੰਨਾ ਰੱਖਦੇ ਹਾਂ ਆਪਾਂ। ਤੇ ਬਾਕੀ ਜਾਂਦੇ ਜਾਂਦੇ ਦੁਬਾਰੇ ਤੋਂ ਇੱਕ ਵਾਰ ਉਹੀ ਜਿਹੜਾ ਦੀਵਾਲੀ ਆਫਰ ਜਿਹੜਾ ਅੱਡਾ 24/7 ਦੇ ਚੱਲਿਆ ਹੋਇਆ, ਮੇਗਾ ਦੀਵਾਲੀ ਆਫਰ ਜਿਹੜਾ ਚੱਲਿਆ ਹੋਇਆ, ਕੀ ਹੈ? ਜਿਹੜੇ ਬੈਚਿਸ ਨੇ ਹੁਣੇ ਸਟਾਰਟ ਹੋਏ ਨੇ, ਪਹਿਲਾਂ ਇਹਨਾਂ ਵਿੱਚ ਐਡਮਿਸ਼ਨ ਲੈ ਸਕਦੇ ਹੋ ਜੇ ਹੁਣ ਤੱਕ ਨਹੀਂ ਕੀਤੀ। ਠੀਕ ਹੈ, ਇਹਦੀ ਹਜੇ 2-3 ਕਲਾਸਾਂ ਲੱਗੀਆਂ ਨੇ। ਮੇਰੀ ਕਰੰਟ ਅਫੇਅਰ ਦੀ ਹਜੇ ਤੱਕ ਕਲਾਸ ਇਹਦੇ ਵਿੱਚ ਸ਼ੁਰੂ ਵੀ ਨਹੀਂ ਹੋਈ ਹੈ। ਤੇ ਬਾਕੀ ਜਿਹੜੀ ਲੱਗ ਚੁੱਕੀ ਇੰਗਲਿਸ਼, ਰੀਜ਼ਨਿੰਗ ਤੇ ਮੈਥ ਦੀ ਕਲਾਸ ਤੁਹਾਨੂੰ ਰਿਕਾਰਡਡ ਮਿਲ ਜਾਣਗੀਆਂ ਉਹਦੇ ਨਾਲ ਨਾਲ। ਠੀਕ ਹੈ, Y383 ਲਾਣਾ ਹੈ ਤੁਸੀਂ ਤਾਂ ਤੁਹਾਨੂੰ ਡਿਸਕਾਊਂਟ ਮਿਲ ਜਾਊਗਾ। ਲੇਕਿਨ ਜੇ ਹੋਰ ਪੇਪਰਾਂ ਦੀ ਤਿਆਰੀ ਕਰਨੀ ਆ, ਆਪਾਂ ਪੇਪਰਾਂ ਦੀ ਤਿਆਰੀ ਕਰਨੀ, ETT ਦੇ, ਹਰਿਆਣਾ ਹਾਈ ਕੋਰਟ ਕਲਰਕ ਦੇ, ASI ਦੇ, ਹਾਊਸਿੰਗ ਬੋਰਡ ਕਲਰਕ, ਆਉਣ ਵਾਲਾ ਚੰਡੀਗੜ੍ਹ ਪੁਲਿਸ, ਆਉਣ ਵਾਲਾ ਪੰਜਾਬ ਪਟਵਾਰੀ, ਆਉਣ ਵਾਲਾ ਪੰਜਾਬ ਪੁਲਿਸ, ਆਉਣ ਵਾਲਾ ਕੋਆਪਰੇਟਿਵ ਇੰਸਪੈਕਟਰ, ਇਨਫੈਕਟ ਕਿਸੇ ਵੀ ਇੱਕ ਹੋਰ ਪੇਪਰ ਦੀ ਤਿਆਰੀ ਕਰਨੀ ਹੈ, ਕਿਸੇ ਵੀ 2 ਪੇਪਰਾਂ ਦੀ ਤੁਸੀਂ ਤਿਆਰੀ ਕਰਨੀ ਹੈ ਨਾ, ਤੁਹਾਡੇ ਲਈ ਅਜੇ ਤੋਂ ਵਧੀਆ ਮੌਕਾ ਨਹੀਂ ਹੈ। ਕਿਉਂਕਿ ਪੰਜਾਬ ਦਾ ਮਹਾਪੈਕ ਬੱਚਿਆਂ ਤੋਂ ਪੁੱਛੋ ਇੱਕ ਵਾਰ ਜਰਾ, 14,000 ਦਾ ਹੁੰਦਾ ਸੀ, 14,000 ਦਾ, ਲੇਕਿਨ ਫਿਰ Y383 ਡਿਸਕਾਊਂਟ ਲਾ ਕੇ ਪਹਿਲਾਂ ਮਿਲਦਾ ਸੀ 3219 ਦਾ, ਫਿਰ ਪ੍ਰੀ ਦੀਵਾਲੀ ਆਫਰ 'ਚ ਮਿਲਿਆ ਉਹ 2300 ਰੁਪਏ ਦਾ। ਫਿਰ ਐਪ 'ਚ ਹੁਣ ਸਾਡੇ ਲਈ ਸੋਲਰੀ ਕਰਤਾ ਸੀ 2069 ਦਾ, ਬਟ ਇਹ ਤੋਂ ਵੀ ਹੁਣ ਘਟਾ ਕੇ ਤੁਹਾਡੇ ਲਈ ਕਿੰਨੇ ਦਾ ਮਿਲ ਰਿਹਾ? ਮਿਲ ਰਿਹਾ ਸਿਰਫ 1990 ਰੁਪਏ ਦਾ, ਜਦੋਂ ਤੁਸੀਂ ਅੱਡਾ 24/7 ਦੀ ਐਪ ਤੋਂ ਐਨਰੋਲ ਕਰੋਗੇ Y383 ਲਾ ਕੇ। ਬੱਚਿਆਂ ਨੇ ਮਹਾਪੈਕ ਲਾਏ ਹੋਏ ਨੇ 3219 ਦੇ। ਬੱਚਿਆਂ ਨੇ ਇੱਕ ਬੈਚ ਵਿੱਚ ਐਨਰੋਲਮੈਂਟ ਕੀਤੀ ਹੋਈ ਹੈ 1840 ਦੇ, ਇੱਕ ਸਿਰਫ ਇੱਕ ਬੈਚ। ਤੇ ਤੁਹਾਨੂੰ ਕੀ ਮਿਲ ਰਿਹਾ ਇੱਧਰ? 2000 ਰੁਪਏ ਵਿੱਚ ਸਾਲ ਭਰ ਦੇ ਜਿੰਨੇ ਵੀ ਬੈਚ, ਉਹਨਾਂ ਦੇ ਜਿੰਨੀਆਂ ਵੀ ਟੈਸਟ ਸੀਰੀਜ਼ ਆ, ਉਹਦਾ ਜਿੰਨਾ ਵੀ ਈ-ਬੁੱਕ ਆ, PDF ਆ, ਮੌਕ ਟੈਸਟ A to Z ਚੀਜ਼। ਤੇ ਜੇ ਤੁਸੀਂ ਲੱਕੀ ਹੋ, ਜਦੋਂ ਤੁਸੀਂ ਐਨਰੋਲ ਕਰਨ ਜਾਓਗੇ, ਤੁਹਾਨੂੰ ਸ਼ਾਇਦ ਇੱਕ ਦੀ ਥਾਂ ਤੁਹਾਨੂੰ 2 ਸਾਲ ਵੀ ਮਿਲ ਸਕਦਾ ਹੈ 2000 ਰੁਪਏ ਵਿੱਚ, ਇਫ ਯੂ ਆਰ ਲੱਕੀ। ਇਫ ਯੂ ਆਰ ਲੱਕੀ, ਸਾਨੂੰ ਨਹੀਂ ਪਤਾ ਕੌਣ ਕਿਹਨੂੰ ਮਿਲੂਗਾ ਵੀ ਨਹੀਂ ਮਿਲੂਗਾ। ਇਫ ਯੂ ਆਰ ਲੱਕੀ, ਇੱਕ ਦੀ ਥਾਂ ਤੁਹਾਨੂੰ 2 ਸਾਲ ਵੀ ਮਿਲ ਸਕਦਾ ਹੈ। ਤਾਂ ਕੀ ਪਤਾ ਤੁਸੀਂ ਹੋ ਲੱਕੀ ਵਨ। ਤਾਂ ਧਿਆਨ ਰੱਖਣਾ ਜੀ, 2000 ਰੁਪਏ ਜੀ ਤੁਹਾਨੂੰ ਮਿਲ ਰਿਹਾ ਹੈ ਪੂਰੇ 1 ਸਾਲ ਦੀ ਤਿਆਰੀ। ਬਾਕੀ ਪੜ੍ਹਦੇ ਰਹੋ, ਜਿਉਂਦੇ ਵਸਦੇ ਰਹੋ, ਐਂਡ ਹੈਪੀ ਦੀਵਾਲੀ ਇੱਕ ਵਾਰ ਫਿਰ। ਸਤਿ ਸ਼੍ਰੀ ਅਕਾਲ, ਆਲ ਦਾ ਬੈਸਟ, ਬਾਏ ਬਾਏ।